ਹੈਲੋ ਸਟੂਡੈਂਟਸ, ਜਿਵੇਂ ਆਪਾਂ ਨੇ ਪਹਿਲਾਂ ਇੱਕ ਥਿਓਰਮ ਕੀਤੀ ਸੀ ਹਿਲਬਰਟ ਬੇਸਿਸ ਥਿਓਰਮ, ਜਿਹਦੇ ਵਿੱਚ ਆਪਾਂ ਕਿਹਾ ਸੀਗਾ ਇਫ ਏ ਇਜ਼ ਅ ਨੋਥੇਰੀਅਨ ਰਿੰਗ ਦੈਨ ਏ ਐਕਸ ਇਜ਼ ਅ ਨੋਥੇਰੀਅਨ। ਤਾਂ ਉਸ ਥਿਓਰਮ ਦੀ ਇਹ ਕਰੋਲਰੀ ਹੈ। ਕਰੋਲਰੀ ਦੇ ਵਿੱਚ ਕਹਿ ਰਹੇ ਹਾਂ ਕਿ ਇਫ ਏ ਇਜ਼ ਅ ਨੋਥੇਰੀਅਨ ਰਿੰਗ ਸੋ ਇਜ਼ ਏ ਐਕਸ 1 x2 ਅਪ ਟੂ xn ਇਜ਼ ਅ ਨੋਥੇਰੀਅਨ। ਸੋ ਇਸ ਨੂੰ ਪ੍ਰੂਵ ਕਰਨ ਦੇ ਲਈ ਆਪਾਂ ਇੰਡਕਸ਼ਨ ਮੈਥਡ ਯੂਜ਼ ਕਰਾਂਗੇ ਬਾਈ ਇੰਡਕਸ਼ਨ ਔਨ n। ਸਪੋਜ਼ n ਇਕੁਅਲ ਟੂ 1 ਹੈ। ਅਗਰ n ਇਕੁਅਲ ਟੂ 1 ਹੋ ਗਿਆ तो x1 x2 अप टू xn ਦਾ ਮਤਲਬ ਕੀ ਹੋ ਜਾਊਗਾ x1 ਤੱਕ ਹੋ ਜਾਊਗਾ ax1। ਹੁਣ ਇਹ ax1 ਨੋਥੇਰੀਅਨ ਹੋਏਗੀ ਬਿਕੋਜ਼ ਇਹ ਨੋਥੇਰੀਅਨ ਗਿਵਨ ਹੈ ਐਂਡ ਆਪਾਂ ਅਬਵ ਰਿਜ਼ਲਟ ਜੋ ਅਬਵ ਥਿਓਰਮ ਕੀਤੀ ਹੈ ਹਿਲਬਰਟ ਬੇਸਿਸ ਥਿਓਰਮ, ਉੱਥੋਂ ਆਪਾਂ ਕਹਿ ਸਕਦੇ ਹਾਂ ax1 ਇਜ਼ ਨੋਥੇਰੀਅਨ ਰਿੰਗ। ਉਸ ਤੋਂ ਬਾਅਦ ਆਪਾਂ ਸਪੋਜ਼ ਕਰ ਲਿਆ n ਇਜ਼ ਇਕੁਅਲ ਟੂ m-1 ਦੇ ਲਈ b ਇਜ਼ ਇਕੁਅਲ ਟੂ ax1 x2 ਅਪ ਟੂ xm-1 ਇਟ ਇਜ਼ ਨੋਥੇਰੀਅਨ ਰਿੰਗ। ਇਹ ਆਪਾਂ ਸਪੋਜ਼ ਕਰ ਲਿਆ। ਹੁਣ ਆਪਾਂ ਪ੍ਰੂਵ ਕਰਨਾ ਹੈ n ਇਕੁਅਲ ਟੂ m ਦੇ ਲਈ। ਹੁਣ ਉੱਪਰ ਵਾਲੀ ਰਿੰਗ ਨੂੰ ਆਪਾਂ b ਦਾ ਨਾਮ ਦਿੱਤਾ ਸੀ। ਹੁਣ b ਆਪਣੀ ਨੋਥੇਰੀਅਨ ਰਿੰਗ ਹੈ, ਠੀਕ ਹੈ। ਤਾਂ bxm ਵੀ ਕੀ ਹੋਊਗੀ, ਨੋਥੇਰੀਅਨ ਹੋਏਗੀ। ਕਿਉਂ ਹੋਏਗੀ? ਬਿਕੋਜ਼ ਆਫ ਹਿਲਬਰਟ ਬੇਸਿਸ ਥਿਓਰਮ। ਸੋ ਇਸ ਕਰਕੇ ਪ੍ਰੂਵ ਹੋ ਗਿਆ, ਹੈਂਸ ax1 x2 up to xn is a ਨੋਥੇਰੀਅਨ ਰਿੰਗ। ਓਕੇ, ਆਫਟਰ ਦੈਟ ਆਪਣੇ ਪਾਸ ਆਂਦਾ ਹੈ ਪ੍ਰਾਇਮਰੀ ਡੀਕੰਪੋਜੀਸ਼ਨ ਆਫ ਆਈਡੀਅਲਸ। ਜਿਵੇਂ ਇੱਕ ਨੈਚੁਰਲ ਨੰਬਰ ਲੈ ਲਓ ਤੁਸੀਂ ਜਾਂ ਕੋਈ ਵੀ ਇੰਟੀਜਰ ਸਪੋਜ਼ ਕਰ ਲਓ, ਠੀਕ ਹੈ। ਦੈਨ ਆਪਾਂ ਨੰਬਰ ਥਿਊਰੀ 'ਚ ਇਹ ਪੜ੍ਹਦੇ ਹਾਂ ਕਿ ਕੋਈ ਵੀ ਇੰਟੀਜਰ ਨੂੰ ਆਪਾਂ ਇੱਕ ਪ੍ਰਾਇਮਰੀ ਫੈਕਟਰਾਈਜੇਸ਼ਨ ਦੇ ਵਿੱਚ ਲਿਖ ਸਕਦੇ ਹਾਂ। ਮੀਨਜ਼ ਪ੍ਰਾਈਮ ਨੰਬਰਸ ਦੀ ਪਾਵਰ ਦੇ ਵਿੱਚ ਲਿਖ ਸਕਦੇ ਹਾਂ। ਸਪੋਜ਼ 4 ਹੈ, ਉਹਨੂੰ ਮੈਂ ਕੀ ਲਿਖ ਸਕਦੀ ਹਾਂ 2^2। 6 ਹੈ, ਉਹਨੂੰ ਕੀ ਲਿਖ ਸਕਦੇ ਹਾਂ 2×3। ਮਤਲਬ ਕਿ n ਇਜ਼ ਇਕੁਅਲ ਟੂ p1^α1 p2^α2 ਅਪ ਟੂ pk^α ਇਸ ਤਰ੍ਹਾਂ ਆਪਾਂ ਕਿਸੇ ਵੀ ਇੰਟੀਜਰ ਦੀ ਕੀ ਬਣਾ ਸਕਦੇ ਹਾਂ, ਪ੍ਰਾਇਮਰੀ ਫੈਕਟਰਾਈਜੇਸ਼ਨ, ਪ੍ਰਾਇਮਰੀ ਨਹੀਂ ਪ੍ਰਾਈਮ ਫੈਕਟਰਾਈਜੇਸ਼ਨ ਬਣਾ ਸਕਦੇ ਹਾਂ। ਤਾਂ ਇਸ ਰਿਜ਼ਲਟ ਨੂੰ ਮਤਲਬ ਕਿ ਅੱਗੇ ਜਾਣਾ ਹੈ ਆਪਾਂ, ਇਸ ਰਿਜ਼ਲਟ ਤੋਂ ਐਕਸਟੈਂਡ ਹੋਣਾ ਹੈ। ਤਾਂ ਆਪਾਂ ਆਉਂਦੇ ਹਾਂ ਆਈਡੀਅਲਸ 'ਤੇ, ਠੀਕ ਹੈ। ਸੋ ਆਈਡੀਅਲ ਰਿਡਿਊਸੀਬਲ ਆਈਡੀਅਲ ਕੀ ਹੋਊਗਾ, ਜਿਵੇਂ ਆਪਾਂ ਇਨ ਜਨਰਲ ਇੱਕ ਇਰਰਿਡਿਊਸੀਬਲ ਐਲੀਮੈਂਟ ਵੀ ਪੜ੍ਹਿਆ ਹੋਇਆ ਹੈ ਨਾ, ਤੁਹਾਨੂੰ ਯਾਦ ਹੋਵੇ ਅਲਜੈਬਰਾ ਦੇ ਵਿੱਚ ਹੀ ਪੜ੍ਹਿਆ ਹੋਇਆ ਹੈ। ਰਿਡਿਊਸੀਬਲ ਪੋਲੀਨੋਮੀਅਲ ਪੜ੍ਹੀ ਹੋਈ ਹੈ ਨਾ। ਤੋ ਇਹ ਚੀਜ਼ ਹੈ ਜੋ ਆਈਡੀਅਲਸ ਦੇ ਉੱਪਰ ਅਪਲਾਈ ਹੋ ਰਹੀ ਹੈ ਹੁਣ। ਸੋ ਇਹਦੀ ਪ੍ਰੋਪਰ ਡੈਫੀਨੇਸ਼ਨ ਕਿਆ ਹੈ, ਕਿਆ ਕੰਸੈਪਟ ਹੈ ਇਸ ਚੀਜ਼ ਦਾ, ਇਹ ਦੇਖੋ। ਡੈਫੀਨੇਸ਼ਨ ਹੈ ਐਨ ਆਈਡੀਅਲ ਆਈ ਇਜ਼ ਅ proper ideal of A is said to be reducible if I is equal to J intersection K for some proper ideals J and K, where J is proper superset of I and K is also superset of I। तो ਆਪਾਂ ਉਸ ਨੂੰ ਕੀ ਬੋਲਾਂਗੇ, ਰਿਡਿਊਸੀਬਲ ਬੋਲਾਂਗੇ। ਕਹਿਣ ਦਾ ਮਤਲਬ ਇਸ ਆਈਡੀਅਲ ਨੂੰ ਆਪਾਂ ਕੀ ਲਿਖਿਆ ਹੋਇਆ ਹੈ, ਇੱਕ ਇੰਟਰਸੈਕਸ਼ਨ ਦੀ ਫੋਰਮ 'ਚ ਲਿਖਿਆ ਹੋਇਆ, ਮਤਲਬ ਕਿ ਇਹਨੂੰ ਆਪਾਂ ਡੀਕੰਪੋਜ਼ ਕੀਤਾ ਹੋਇਆ। ਕਹਿਣ ਦਾ ਮਤਲਬ ਕਿ ਦੋ ਆਈਡੀਅਲਸ ਦੇ ਵਿੱਚ, ਠੀਕ ਹੈ। ਜਿਵੇਂ ਫੋਰ ਐਗਜ਼ਾਮਪਲ 6Z ਦੇਖੋ, Z ਦੇ ਵਿੱਚ ਆਈਡੀਅਲਸ ਕੀ ਹੁੰਦੇ ਨੇ, MZ ਟਾਈਪ ਦੇ ਹੁੰਦੇ ਆ। ਤਾਂ 6Z ਨੂੰ ਆਪਾਂ ਲਿਖ ਸਕਦੇ ਹਾਂ 2Z ਇੰਟਰਸੈਕਸ਼ਨ 3Z, ਕਿਉਂਕਿ ਜਦੋਂ ਇੰਟਰਸੈਕਸ਼ਨ ਹੁੰਦੀ ਹੈ ਨਾ ਆਈਡੀਅਲਸ ਦੀ ਤਾਂ ਉੱਥੇ ਆਉਂਦਾ LCM। ਅਗਰ ਐਡੀਸ਼ਨ ਹੋਵੇ ਆਈਡੀਅਲਸ ਦੀ ਤਾਂ ਉੱਥੇ GCD ਆਉਂਦਾ ਹੈ, ਠੀਕ ਹੈ। ਇੱਥੇ ਇੰਟਰਸੈਕਸ਼ਨ ਹੈ ਤਾਂ 2 and 3 ਦਾ ਕੀ ਨਿਕਲੇਗਾ, LCM ਨਿਕਲੇਗਾ। ਸੋ 2 and 3 ਦਾ LCM ਕਿਆ ਹੁੰਦਾ, 6। ਸੋ 2Z ਇੰਟਰਸੈਕਸ਼ਨ 3Z ਇਜ਼ ਇਕੁਅਲ ਟੂ 6Z ਐਂਡ ਵੀ ਆਲਸੋ ਨੋ ਦੈਟ 2Z ਤੋਂ ਬੜਾ ਹੀ ਹੁੰਦਾ 6Z ਤੋਂ, ਐਂਡ ਆਲਸੋ 3Z ਵੀ ਬੜਾ ਹੁੰਦਾ ਹੈ 6Z ਤੋਂ। ਸੋ ਇਸ ਦਾ ਮਤਲਬ ਬਾਈ ਅਬਵ ਡੈਫੀਨੇਸ਼ਨ ਦਿਸ 6Z ਆਈਡੀਅਲ ਇਜ਼ ਰਿਡਿਊਸੀਬਲ ਆਈਡੀਅਲ ਇਨ Z। ਹੁਣ ਆਪਾਂ ਇੱਕ ਹੋਰ ਐਗਜ਼ਾਮਪਲ ਸੋਚਦੇ ਹਾਂ। 4XZ ਇਜ਼ ਇਕੁਅਲ ਟੂ MZ ਇੰਟਰਸੈਕਸ਼ਨ NZ। ਹੁਣ ਤੁਸੀਂ ਸੋਚੋ M ਤੇ N ਦਾ ਜੋ LCM ਹੈ ਉਹ 4 ਹੋਣਾ ਚਾਹੀਦਾ ਹੈ। ਇੱਥੇ ਤੁਸੀਂ LCM ਲਿਖ ਲਿਓ ਅਤੇ ਬਾਹਰ ਲਿਖਿਆ ਨਹੀਂ ਹੋਇਆ ਨਾ, ਇਸ ਕਰਕੇ ਤੁਹਾਨੂੰ ਲੱਗੂਗਾ ਕਿਤੇ GCD ਲਿਖਿਆ ਹੋਇਆ, ਬਟ ਦਿਸ ਇਜ਼ LCM, ਠੀਕ ਹੈ। ਇੱਥੇ ਨਾ ਇਹਦੇ ਅੱਗੇ LCM ਲਿਖ ਲਿਓ। ਸੋ ਇਸ ਦਾ LCM ਅਗਰ 4 ਹੈ ਤਾਂ ਇਹਨਾਂ ਦੋਨਾਂ 'ਚ ਕਮ ਸੇ ਕਮ ਇੱਕ ਨੰਬਰ ਨੂੰ 4 ਹੋਣਾ ਪਏਗਾ, ਠੀਕ ਹੈ। ਕਿਉਂਕਿ 4 ਅਗਰ ਨਹੀਂ ਹੋਏਗਾ ਤਾਂ ਉਹਦਾ LCM 4 ਨਹੀਂ ਆ ਸਕਦਾ, ਠੀਕ ਹੈ। ਤਾਂ ਕਮ ਸੇ ਕਮ ਉਸਨੂੰ 4 ਹੋਣਾ ਪਏਗਾ ਹੀ ਪਏਗਾ। ਸੋ ਆਈਦਰ M ਇਜ਼ ਇਕੁਅਲ ਟੂ 4 ਔਰ N ਇਜ਼ ਇਕੁਅਲ ਟੂ 4। ਸੋ ਇਸ ਦਾ ਮਤਲਬ ਕੀ ਹੋ ਗਿਆ ਕਿ ਜਾਂ ਤਾਂ MZ 4Z ਬਣ ਜੂਗਾ ਜਾਂ ਫਿਰ NZ 4Z ਬਣ ਜੂਗਾ। ਸਮਝ ਗਏ? ਓਕੇ ਜੀ। ਉਸ ਤੋਂ ਬਾਅਦ ਕਿਆ ਹੈ, ਉਸ ਤੋਂ ਬਾਅਦ ਹੈ ਅਗਰ ਹੁਣ 4Z ਆ ਗਿਆ, ਇਹਦਾ ਮਤਲਬ ਜੋ ਡੈਫੀਨੇਸ਼ਨ ਹੈ ਰਿਡਿਊਸੀਬਲ ਆਈਡੀਅਲ ਦੀ ਉਹ ਤਾਂ ਇੱਥੇ ਅਪਲਾਈ ਹੋ ਹੀ ਨਹੀਂ ਸਕਦੀ। ਇਸ ਦਾ ਮਤਲਬ 4Z ਇਜ਼ ਨੋਟ ਰਿਡਿਊਸੀਬਲ। ਸੋ ਜੋ ਰਿਡਿਊਸੀਬਲ ਆਈਡੀਅਲ ਨਹੀਂ ਹੋਏਗਾ ਦੈਟ ਇਜ਼ ਕਾਲਡ ਇਰਰਿਡਿਊਸੀਬਲ ਆਈਡੀਅਲ।
ओके जी। ਡੀਕੰਪੋਜੀਸ਼ਨ ਇਨ ਨੋਦੀਰੀਅਨ ਰਿੰਗਸ, ਇਹਦੇ ਵਿੱਚ ਮੇਨਲੀ ਆਪਾਂ ਕੀ ਕਰਨੀ ਹੈ, ਪ੍ਰਾਇਮਰੀ ਡੀਕੰਪੋਜੀਸ਼ਨ ਸਟੱਡੀ ਕਰਨੀ ਹੈ। ਠੀਕ ਹੈ, ਜਿਵੇਂ ਮੈਂ ਤੁਹਾਨੂੰ ਇਰਰੀਡਿਊਸੀਬਲ ਐਲੀਮੈਂਟ ਸੌਰੀ ਆਈਡੀਅਲ ਦੀ ਪਹਿਲਾਂ ਇੱਕ ਐਗਜ਼ਾਮਪਲ ਦਿੱਤੀ ਹੈ, ਤੋ ਹੁਣ ਇਸ ਦੇ ਪਰਸਪੈਕਟਿਵ ਇਸ ਦੀ ਡੈਫੀਨੇਸ਼ਨ ਕਿਆ ਹੈ, ਐਨ ਆਈਡੀਅਲ ਆਈ ਸੈਡ ਟੂ ਬੀ ਇਰਰੀਡਿਊਸੀਬਲ ਇਫ for any ideal j and k of a such that I is equal to j intersection k। अगर इस तरह ਆਪਾਂ ਉਸਨੂੰ ਡੀਕੰਪੋਜ਼ ਕਰਕੇ ਲਿਖਤਾ then either I is equal to j ਹੋ ਜਾਏਗਾ ਔਰ I is equal to k ਹੋ ਜਾਏਗਾ। ਠੀਕ ਹੈ ਜੀ, ਸੋ ਇਹ ਹੈਗੀ ਹੈ ਇਰਰੀਡਿਊਸੀਬਲ ਆਈਡੀਅਲ ਦੀ ਡੈਫੀਨੇਸ਼ਨ। ਨਾਓ ਇਨ ਨੋਦੀਰੀਅਨ ਰਿੰਗ A every proper ideal is finite intersection of irreducible ideals। ਇਹ ਆਪਾਂ ਨੇ ਪ੍ਰੂਵ ਕਰਨਾ ਹੈ। ਇਹ ਬਹੁਤ ਹੀ ਅੱਛਾ ਰਿਜ਼ਲਟ ਹੈ ਕਿ ਨੋਦੀਰੀਅਨ ਰਿੰਗ ਦੇ ਵਿੱਚ ਕੀ ਹੁੰਦਾ ਹੈ, ਹਰੇਕ ਪ੍ਰੋਪਰ ਆਈਡੀਅਲ ਕੈਨ ਬੀ ਰਿਟਨ ਐਜ਼ finite intersection of irreducible ideals। ਓਕੇ, ਸੋ ਨਾਓ ਸਪੋਜ਼ ਆਪਾਂ ਇੱਕ ਸਿਗਮਾ ਲੈ ਲਿਆ, I is a proper ideal of A such that I is ideal which is not written as finite intersection of irreducible ideals। ਆਪਾਂ ਸਪੋਜ਼ ਕਰ ਲਿਆ ਕਿ ਆਪਾਂ ਉਸ ਨੂੰ ਨਹੀਂ ਲਿਖ ਸਕਦੇ, ਸੋ ਸਿਗਮਾ ਕੀ ਹੋ ਜਾਏਗਾ, ਨॉन ਐਮਟੀ ਹੋ ਜਾਏਗਾ। ਠੀਕ ਹੈ, ਕਿਉਂਕਿ A ਨੋਦੀਰੀਅਨ ਰਿੰਗ ਹੈ, ਸੋ ਦਿਸ ਫੈਮਿਲੀ ਹੈਜ਼ ਮੈਕਸੀਮਲ ਐਲੀਮੈਂਟ ਸੇ M। ਸੋ ਇਸ ਕਰਕੇ ਇਹਦੇ ਪਾਸ ਕਿਆ ਹੋ ਜਾਏਗਾ, ਇੱਕ ਮੈਕਸੀਮਲ ਐਲੀਮੈਂਟ ਐਗਜ਼ਿਸਟ ਕਰੂਗਾ, ਕਿਉਂਕਿ ਨੋਦੀਰੀਅਨ ਰਿੰਗ ਦੀ ਡੈਫੀਨੇਸ਼ਨ ਦੇ ਵਿੱਚ 3 ਇਕੁਇਵਲੈਂਟ ਕੰਡੀਸ਼ਨਸ ਸੀਗੀਆਂ। ਠੀਕ ਹੈ, ਜਿਹਦੇ ਵਿੱਚ ਅਗਰ ਸੈਟ ਆਫ ਆਈਡੀਅਲਸ ਹੈ, ਠੀਕ ਹੈ, ਤੁਸੀਂ ਉਹਦੇ ਵਿੱਚ ਦੇਖਿਓ ਇੱਕ ਕੰਡੀਸ਼ਨ ਦੇ ਵਿੱਚ ਮੈਕਸੀਮਲ ਐਲੀਮੈਂਟ ਵਾਲੀ ਕੰਡੀਸ਼ਨ ਸੀਗੀ। ਸੋ ਉਸ ਕੰਡੀਸ਼ਨ ਤੋਂ, ਉਸ ਡੈਫੀਨੇਸ਼ਨ ਤੋਂ ਆਪਾਂ ਕਹਿ ਰਹੇ ਹਾਂ ਕਿ ਸਿੰਸ A ਇਜ਼ ਨੋਦੀਰੀਅਨ ਸੋ ਦਿਸ ਫੈਮਿਲੀ ਹੈਜ਼ ਮੈਕਸੀਮਲ ਐਲੀਮੈਂਟ ਸਪੋਜ਼ M। ਠੀਕ ਹੈ, ਸੋ ਇਸ ਦਾ ਮਤਲਬ ਸਿਗਮਾ ਜੋ ਹੋਏਗਾ ਦੈਟ ਇਜ਼ ਨॉन ਐਮਟੀ। ਸੋ ਐਜ਼ M ਬਿਲੋਂਗਸ ਟੂ ਸਿਗਮਾ ਸੋ M ਇਜ਼ ਨੋਟ ਫਾਈਨਾਈਟ ਇੰਟਰਸੈਕਸ਼ਨ ਆਫ ਇਰਰੀਡਿਊਸੀਬਲ ਆਈਡੀਅਲਸ, ਕਿਉਂਕਿ ਸਿਗਮਾ ਦੇ ਵਿੱਚ ਕੰਡੀਸ਼ਨ ਇਹੀ ਹੈ ਕਿ ਜੋ ਵੀ ਆਈਡੀਅਲ ਸਿਗਮਾ ਨੂੰ ਬਿਲੋਂਗ ਕਰੇਗਾ that cannot be written as finite intersection of irreducible ideals। ਸੋ ਆਪਾਂ ਕਹਿ ਰਹੇ ਹਾਂ ਕਿ M is not finite intersection of irreducible ideals। ਠੀਕ ਹੈ, ਸੋ ਇਸ ਦਾ ਮਤਲਬ ਕੀ ਹੋ ਜਾਊਗਾ, ਸੋਚ ਕੇ ਦੇਖੋ, ਇਸ ਦਾ ਮਤਲਬ ਕੀ ਹੋ ਜਾਊਗਾ ਕਿ ਜੋ M ਹੋਊਗਾ ਉਹ ਇੱਕ ਰਿਡਿਊਸੀਬਲ ਆਈਡੀਅਲ ਬਣ ਜਾਊਗਾ। ਠੀਕ ਹੈ ਨਾ, ਠੀਕ ਹੈ, ਮੀਨਸ ਆਪਾਂ ਉਸਨੂੰ ਫਾਈਨਾਈਟ ਇੰਟਰਸੈਕਸ਼ਨ ਵਿੱਚ ਡੀਕੰਪੋਜ਼ ਨਹੀਂ ਕਰ ਸਕਦੇ, ਮੀਨਸ ਦੈਟ ਇਜ਼ ਰਿਡਿਊਸੀਬਲ ਹੋ ਜਾਊਗਾ, ਫਿਰ ਉਹ ਰਿਡਿਊਸੀਬਲ ਆਈਡੀਅਲ ਬਣ ਜਾਊਗਾ। ਇਹਦਾ ਮਤਲਬ ਕੀ ਹੋ ਗਿਆ, ਫॉर ਐਨੀ ਟੂ ਆਈਡੀਅਲਸ J ਐਂਡ K ਆਫ A ਸੱਚ ਦੈਟ M ਇਜ਼ ਇਕੁਅਲ ਟੂ J ਇੰਟਰਸੈਕਸ਼ਨ K ਹੋ ਜਾਏਗਾ, ਅਤੇ ਉਹਦੇ ਵਿੱਚ ਕਿਆ ਕੰਡੀਸ਼ਨ ਆ ਜਾਏਗੀ, J ਬੜਾ ਹੋਏਗਾ M ਤੋਂ ਅਤੇ K ਵੀ ਬੜਾ ਹੋਏਗਾ M ਤੋਂ। ਠੀਕ ਹੈ ਜੀ, ਸੋ ਇਹਦੇ ਵਿੱਚ ਕਿਆ ਆ ਗਿਆ ਹੁਣ ਆਪਣੇ ਪਾਸ, ਉਸ ਤੋਂ ਬਾਅਦ ਕਿ ਸਿੰਸ M ਇਜ਼ ਮੈਕਸੀਮਲ ਐਲੀਮੈਂਟ ਆਫ ਸਿਗਮਾ ਸੋ M ਤੋਂ ਬੜਾ J ਹੈ। ਠੀਕ ਹੈ, ਅਤੇ M ਤੋਂ ਬੜਾ K ਹੈ, ਬਟ M ਤਾਂ ਮੈਕਸੀਮਲ ਐਲੀਮੈਂਟ ਹੈ ਸਿਗਮਾ ਦਾ, ਤੋ M ਤੋਂ ਬੜਾ ਜੋ ਵੀ ਹੋਊਗਾ ਉਹ ਤਾਂ ਬਿਲੋਂਗ ਨਹੀਂ ਨਾ ਕਰ ਸਕਦਾ ਸਿਗਮਾ ਨੂੰ, ਕਿਉਂਕਿ M ਮੈਕਸੀਮਲ ਐਲੀਮੈਂਟ ਹੈ। ਸੋ J ਐਂਡ K ਡਜ਼ ਨਾਟ ਬਿਲੋਂਗਸ ਟੂ ਸਿਗਮਾ। ਹੁਣ ਇਸ ਦਾ ਮਤਲਬ ਕੀ ਹੋ ਗਿਆ ਕਿ ਉਹ ਸਿਗਮਾ ਦੀ ਕੰਡੀਸ਼ਨ ਨੂੰ ਸੈਟਿਸਫਾਈ ਨਹੀਂ ਕਰਨਗੇ। ਇਸ ਦਾ ਮਤਲਬ J ਐਂਡ K ਆਰ ਫਾਈਨਾਈਟ ਇੰਟਰਸੈਕਸ਼ਨ ਆਫ ਇਰਰੀਡਿਊਸੀਬਲ ਆਈਡੀਅਲਸ। ਇਸ ਦਾ ਮਤਲਬ ਕੀ ਹੋ ਗਿਆ, ਅਗਰ J ਐਂਡ K ਦੋਨਾਂ ਨੂੰ ਆਪਾਂ ਫਾਈਨਾਈਟ ਇੰਟਰਸੈਕਸ਼ਨ ਆਫ ਇਰਰੀਡਿਊਸੀਬਲ ਆਈਡੀਅਲਸ ਦੀ ਫੋਰਮ 'ਚ ਲਿਖ ਸਕਦੇ ਹਾਂ, ਇਸ ਦਾ ਮਤਲਬ J ਇੰਟਰਸੈਕਸ਼ਨ K ਨੂੰ ਵੀ ਲਿਖ ਸਕਦੇ ਹਾਂ, ਹੈ ਨਾ। ਤੋ ਇਸ ਦਾ ਮਤਲਬ M ਨੂੰ ਵੀ ਲਿਖ ਸਕਦੇ ਹਾਂ, M ਇਜ਼ ਇਕੁਅਲ ਟੂ J ਇੰਟਰਸੈਕਸ਼ਨ A ਕਹਿ ਕੇ ਆਇਆ ਨਾ ਉੱਪਰ ਆਪਾਂ, ਆਹ ਦੇਖੋ M ਇਜ਼ ਇਕੁਅਲ ਟੂ J ਇੰਟਰਸੈਕਸ਼ਨ K ਕਹਿ ਕੇ ਆਏ ਆਪਾਂ, ਅਤੇ ਇੱਥੇ ਆਪਾਂ ਕਹਿ ਰਹੇ ਹਾਂ J ਇੰਟਰਸੈਕਸ਼ਨ K ਇਜ਼ ਆਲਸੋ ਫਾਈਨਾਈਟ ਇੰਟਰਸੈਕਸ਼ਨ ਆਫ ਇਰਰੀਡਿਊਸੀਬਲ ਆਈਡੀਅਲਸ। ਇਟ ਇੰਪਲਾਈਜ਼ M ਇਜ਼ ਅ ਫਾਈਨਾਈਟ ਇੰਟਰਸੈਕਸ਼ਨ ਆਫ ਇਰਰੀਡਿਊਸੀਬਲ ਆਈਡੀਅਲਸ। ਇਟ ਲੀਡਸ ਟੂ ਕੰਟਰਡਿਕਸ਼ਨ, ਕਿਉਂਕਿ M ਆਪਾਂ ਜੋ ਸਪੋਜ਼ ਕਰਿਆ ਸੀ ਉਹ ਸਿਗਮਾ ਦਾ ਐਲੀਮੈਂਟ ਸਪੋਜ਼ ਕਰਿਆ ਸੀ, ਐਂਡ ਦੈਟ ਐਲੀਮੈਂਟ ਕੈਨ ਨੋਟ ਬੀ ਰਿਟਨ ਐਜ਼ ਅ ਫਾਈਨਾਈਟ ਇੰਟਰਸੈਕਸ਼ਨ ਆਫ ਇਰਰੀਡਿਊਸੀਬਲ ਆਈਡੀਅਲਸ। ਸੋ ਇਟ ਲੀਡਸ ਟੂ ਕੰਟਰਡਿਕਸ਼ਨ। ਇਸ ਦਾ ਮਤਲਬ ਜੋ ਆਪਾਂ ਸਪੋਜ਼ ਕਰਿਆ ਸੀ ਕਿ ਸਿਗਮਾ ਨॉन ਐਮਟੀ ਹੈ ਉਹ ਗਲਤ ਹੈ, ਇਸ ਦਾ ਮਤਲਬ ਸਿਗਮਾ ਐਮਟੀ ਹੋ ਜਾਊਗਾ। ਮੀਨਸ ਕੋਈ ਵੀ ਆਈਡੀਅਲ ਵੀ ਨਹੀਂ ਹੋਊਗਾ ਉਸ ਰਿੰਗ ਦਾ ਜੋ ਉਸ ਕੰਡੀਸ਼ਨ ਨੂੰ, ਸਿਗਮਾ ਦੀ ਕੰਡੀਸ਼ਨ ਨੂੰ ਸੈਟਿਸਫਾਈ ਕਰੇ। ਸੋ ਇਸ ਦਾ ਮਤਲਬ ਕੀ ਹੋਊਗਾ, ਹਰੇਕ ਆਈਡੀਅਲ ਸਿਗਮਾ ਦੀ ਕੰਡੀਸ਼ਨ ਨੂੰ ਸੈਟਿਸਫਾਈ ਨਹੀਂ ਕਰੇਗਾ, ਇਸੇ ਕਰਕੇ ਸਿਗਮਾ ਕਿਆ ਹੈ, ਐਮਪਟੀ ਸੈਟ ਹੈ। ਸੋ ਵੀ ਕੈਨ ਸੇ ਐਵਰੀ ਆਈਡੀਅਲ ਇਜ਼ ਫਾਈਨਾਈਟ ਇੰਟਰਸੈਕਸ਼ਨ ਆਫ ਇਰਰੀਡਿਊਸੀਬਲ ਆਈਡੀਅਲਸ। ਓਕੇ,
ਸੋ ਮੇਨਲੀ ਇਹਦੇ ਵਿੱਚ ਇੱਕੋ ਹੀ ਕੰਸੈਪਟ ਹੈ ਕਿ ਨੋਦੀਰੀਅਨ ਰਿੰਗ ਦੀ ਡੈਫੀਨੇਸ਼ਨ ਦੇ ਅਕੋਰਡਿੰਗ ਆਪਾਂ ਇਸ ਫੈਮਿਲੀ ਦਾ ਇੱਕ ਮੈਕਸੀਮਲ ਐਲੀਮੈਂਟ ਲਿਆ, ਫਿਰ ਉਸ ਨੂੰ ਆਪਾਂ ਕਿਹਾ ਕਿ ਅਗਰ ਉਹ ਫਾਈਨਾਈਟ ਇੰਟਰਸੈਕਸ਼ਨ ਆਫ ਇਰਰਿਡਿਊਸਿਬਲ ਆਈਡੀਅਲਸ ਨਹੀਂ ਹੈਗਾ ਤਾਂ ਆਪਾਂ ਇਸ ਦਾ ਮਤਲਬ ਕੀ ਹੋ ਗਿਆ ਕਿ ਐਮ ਰਿਡਿਊਸੀਬਲ ਆਈਡੀਅਲ ਹੋ ਗਿਆ, ਠੀਕ ਹੈ, ਅਗਰ ਆਪਾਂ ਉਸ ਨੂੰ ਨਹੀਂ ਲਿਖ ਸਕਦੇ ਤਾਂ। ਓਕੇ ਜੀ, ਸੋ ਇਸ ਦਾ ਮਤਲਬ ਕੀ ਹੋ ਗਿਆ ਕਿ ਐਮ ਨੂੰ ਆਪਾਂ ਜੇ ਇੰਟਰਸੈਕਸ਼ਨ ਕੇ ਲਿਖਾਂਗੇ ਤੇ ਜੇ ਵੀ ਐਮ ਤੋਂ ਬੜਾ ਹੋਏਗਾ ਤੇ ਕੇ ਵੀ ਐਮ ਤੋਂ ਬੜਾ ਹੋਏਗਾ, ਠੀਕ ਹੈ। ਇਹਦੇ ਵਿੱਚ ਨਾ ਤੁਸੀਂ ਉਹ ਚੀਜ਼ ਯਾਦ ਕਰ ਸਕਦੇ ਹੋ, ਜਿਵੇਂ ਇੱਕ ਪੋਲੀਨੋਮੀਅਲ ਨੂੰ ਇਰਰਿਡਿਊਸੀਬਲ ਨਹੀਂ ਬੋਲਦੇ ਆਪਾਂ। ਸਪੋਜ਼ ਮੈਂ ਪੀ ਨੂੰ ਇਰਰਿਡਿਊਸੀਬਲ ਬੋਲ ਰਹੀ ਹਾਂ, ਤਾਂ ਪੀ ਨੂੰ ਅਗਰ ਮੈਂ P1 ਇੰਟੂ P2 ਦੋ ਪੋਲੀਨੋਮੀਅਲਸ ਦੀ ਪ੍ਰੋਡਕਟ ਲਿਖੂੰਗੀ ਤਾਂ ਆਈਦਰ ਵਨ ਆਫ ਦੈਮ ਇਜ਼ ਯੂਨਿਟ, ਆਪਾਂ ਇਹ ਬੋਲਦੇ ਹੁੰਦੇ ਸੀ। ਤਾਂ ਸਿਮਿਲਰ ਲਈ ਇਹਦੇ ਵਿੱਚ ਵੀ ਤੁਸੀਂ ਸੋਚ ਸਕਦੇ ਹੋ ਇਸ ਚੀਜ਼ ਨੂੰ, ਬਟ ਇਹ ਚੀਜ਼ਾਂ ਬਹੁਤ ਡਿਫਰੈਂਟ ਨੇ, ਬਟ ਇਹਦੇ ਵਿੱਚ ਤੁਸੀਂ ਸੋਚ ਸਕਦੇ ਹੋ ਜਿੱਥੋਂ ਤੱਕ ਮੈਂ ਸੋਚ ਰਹੀ ਹਾਂਗੀ। ਬਾਕੀ ਅਗਰ ਕੋਈ ਡਾਊਟ ਹੋਇਆ ਤਾਂ ਤੁਸੀਂ ਮੈਨੂੰ ਪੁੱਛ ਲਿਓ। नेक्स्ट है अपने पास लैमा 2, एवरी प्रॉपर इररिड्यूसिबल आइडियल ऑफ नोदीरियन रिंग इज प्राइमरी। ये भी बहुत वधिया रिजल्ट है कि हरेक प्रॉपर इररिड्यूसिबल आइडियल की होगा, प्राइमरी होगा। बट कंडीशन क्या है, और रिंग की होनी चाहिए, नोदीरियन रिंग होनी चाहिए, ठीक है। वो की होगा, प्राइमरी आइडियल होगा। नाउ ਹੁਣ ਲੈਟ आई भी प्रॉपर इररिड्यूसिबल आइडियल ऑफ ए, कोई ना कोई तो आइडियल होना नहीं पऊगा। मान लो आई आप प्रॉपर आइडियल ले लिया जो कि प्रॉपर भी है, इररिड्यूसिबल भी है, एंड ए इज ए नोदीरियन रिंग, ठीक है। ਹੁਣ ਜੇ ਅਗਰ ਪ੍ਰਾਇਮਰੀ ਆਈਡੀਅਲ ਆਪਾਂ ਪ੍ਰੂਵ ਕਰਨਾ ਹੈ ਆਈ ਨੂੰ, ਤਾਂ ਪ੍ਰਾਇਮਰੀ ਆਈਡੀਅਲ ਦੀ ਕੰਡੀਸ਼ਨ ਹੁੰਦੀ ਹੈ ਕਿ ਦੋ ਐਲੀਮੈਂਟਸ ਦਾ ਪ੍ਰੋਡਕਟ ਲਓ, ਤਾਂ ਉਹਦੇ ਵਿੱਚੋਂ ਇੱਕ ਐਲੀਮੈਂਟ ਜਾਂ ਤਾਂ ਐਕਸ ਆਈ ਨੂੰ ਬਿਲੋਂਗ ਕਰੂਗਾ ਜਾਂ ਫਿਰ ਵਾਈ ਉਸਦੇ ਰੈਡੀਕਲ ਆਫ ਆਈ ਨੂੰ ਬਿਲੋਂਗ ਕਰੂਗਾ, ਠੀਕ ਹੈ ਜੀ। ਇਹੀ ਹੁੰਦੀ ਹੈ ਨਾ ਸਭ ਤੋਂ ਇੰਪੋਰਟੈਂਟ ਕੰਡੀਸ਼ਨ। ਇੱਕ ਉਹ ਕੰਡੀਸ਼ਨ ਹੁੰਦੀ ਹੈ ਕਿ ਉਹਦਾ ਪ੍ਰੋਪਰ ਆਈਡੀਅਲ ਹੋਣਾ ਜ਼ਰੂਰੀ ਹੈ, ਉਹ ਤਾਂ ਆਪਾਂ ਨੂੰ ਪਹਿਲਾਂ ਹੀ ਗਿਵਨ ਹੈ ਕਿ ਉਹ ਪ੍ਰੋਪਰ ਆਈਡੀਅਲ ਹੈ, ਠੀਕ ਹੈ। ਤਾਂ ਹੁਣ ਮੇਨਲੀ ਆਪਾਂ ਦੋ ਐਲੀਮੈਂਟਸ ਦਾ ਪ੍ਰੋਡਕਟ ਲੈ ਕੇ ਚੱਲ ਰਹੇ ਹਾਂ, ਐਕਸ ਵਾਈ ਬਿਲੋਂਗਸ ਟੂ ਆਈ एंड नाल कंडीशन लगाती है कि x डज नॉट बिलोंग्स टू y। इसका मतलब अपना क्या मोटिव है, वी हैव टू प्रूव दैट y बिलोंग्स टू रेडिकल ऑफ y, ठीक है जी। नाउ ਹੁਣ ਆਪਾਂ ਦੇਖ ਸਕਦੇ ਹਾਂ ਕਿ i ਕੋਲਨ y ਇਜ਼ ਕੰਟੇਨਡ ਇਨ i ਕੋਲਨ y ਸਕੁਅਰ ਅਪ ਟੂ ਸੋ ਔਨ। ਇਸ ਤਰ੍ਹਾਂ ਆਪਾਂ ਲਿਖ ਸਕਦੇ ਹਾਂ, ਅਸੈਂਡਿੰਗ ਚੇਨ ਬਣ ਗਈ ਹੈ ਆਈਡੀਅਲਸ ਦੀ, ਠੀਕ ਹੈ। ਬਟ ਇਹ क्या है, नोदीरियन रिंग है, इस करके ये जो चेन होएगी इसनों टर्मीनेट होना पेगा, इस तरह की चेन का स्टेशनरी होना जरूरी है। सो इसका मतलब ये चेन किते ना किते जाके रुक जाएगी, राइट। इसका मतलब देयर शुड एग्जिस्ट n बिलोंग्स टू कैपिटल N सच दैट i कोलन वाई एन इज इक्वल टू i कोलन वाई एन प्लस वन एंड सो, समझ गए। सो नाउ ਹੁਣ ਆਪਾਂ ਕੀ ਕਰਨਾ ਹੈ, आई इज़ कंटेन्ड इन दिस क्लीयरली, ये तो ऑब्वियस ही है, तुसी देख ही सकते हो आई प्लस एक्स इंटरसेक्शन आई प्लस वाई, एक्स एंड वाई वाले एलिमेंट्स कॉमन नहीं आएंगे, ठीक है। सो कल्ले आई वाले कॉमन आएंगे। सो इसका मतलब कि कहने का सेंस क्या है कि कुछ एलिमेंट्स होंगे जो एक्स वाई प्रोडक्ट वाले होंगे, है ना, जो कॉमन आएंगे ਇਹਦੇ ਵਿੱਚੋਂ, बट आई ਦੇ एलिमेंट्स भी कॉमन आएंगे, है ना। तो ਆਪਾਂ ਕੀ ਕਹਿ ਸਕਦੇ ਹਾਂ कि आई इज़ कंटेन इन दिस, ਇਹ ਤਾਂ ਆਪਾਂ श्योरली ਕਹਿ ਹੀ ਸਕਦੇ ਹਾਂ ਨਾ, सॉरी। सो इस करके ਹੁਣ ਆਪਾਂ ਕੀ ਕਰ ਰਹੇ ਹਾਂ, ਇਸ ਦਾ ਕਨਵਰਸ ਪਾਰਟ ਪ੍ਰੂਵ ਕਰਾਂਗੇ। ਇੱਕ ਪਾਰਟ ਆਪਾਂ ਕਹਿ ਰਹੇ ਹਾਂ ਕਿ ਆਈ ਇਜ਼ ਕੰਟੇਨ ਇਨ ਦਿਸ, ਤਾਂ ਹੁਣ ਆਪਾਂ ਕਨਵਰਸ ਪ੍ਰੂਵ ਕਰਨਾ ਹੈ। ਕਨਵਰਸ ਪ੍ਰੂਵ ਕਰਨ ਲਈ ਆਪਾਂ ਇੱਕ ਐਲੀਮੈਂਟ ਸਪੋਜ਼ ਕਰ ਲਿਆ z ਬਿਲੋਂਗਸ ਟੂ i ਪਲਸ ਐਕਸ ਇੰਟਰਸੈਕਸ਼ਨ i ਪਲਸ ਵਾਈ। ਇੱਥੇ ਨਾ ਤੁਸੀਂ ਥੋੜ੍ਹਾ ਜਿਹਾ ਕਰੈਕਟ ਕਰ ਲਿਓ, ਇੱਥੇ ਨਾ ਜਿਹੜਾ y ਹੈ ਉੱਥੇ y ਨਹੀਂ ਆਏਗਾ, ਇੱਥੇ y ਰੇਜ਼ਡ ਪਰ n ਆਏਗਾ, ਠੀਕ ਹੈ। ਬਸ ਇਹ ਚੀਜ਼ ਨੂੰ ਕਰੈਕਟ ਕਰ ਲਿਓ, ਗਲਤ ਲਿਖਿਆ ਹੋਇਆ ਇੱਥੇ। ਸੋ ਜੋ ਇੱਥੇ y ਹੋਊਗਾ ਉੱਥੇ y ਰੇਜ਼ਡ ਪਰ n ਹੋਊਗਾ। ਹੁਣ z ਅਗਰ ਐਲੀਮੈਂਟ ਇਹਨਾਂ ਦੀ ਇੰਟਰਸੈਕਸ਼ਨ ਨੂੰ ਬਿਲੋਂਗ ਕਰ ਰਿਹਾ, ਇਸ ਦਾ ਮਤਲਬ ਕੀ ਹੋਊਗਾ, ਜੋ z ਹੈ ਉਹ i ਪਲਸ x ਨੂੰ ਵੀ ਬਿਲੋਂਗ ਕਰੂਗਾ। ਇਸ ਦਾ ਮਤਲਬ ਉਸ ਨੂੰ ਆਪਾਂ ਕਿਸ ਤਰ੍ਹਾਂ ਲਿਖ ਸਕਦੇ ਹਾਂ, z ਇਜ਼ ਇਕੁਅਲ ਟੂ r ਟੂ x ਪਲਸ b, ਮਤਲਬ x ਦਾ ਕੋਈ ਮਲਟੀਪਲ ਪਲਸ ਕੋਈ i ਦਾ ਐਲੀਮੈਂਟ, ਆ ਦੇਖੋ b ਬਿਲੋਂਗਸ ਟੂ i, ਠੀਕ ਹੈ ਜੀ। ਸਿਮਿਲਰਲੀ अगर z थोड़ा i प्लस वाई रेस्ट पर n ਨੂੰ ਬਿਲੋਂਗ ਕਰ ਰਿਹਾ, ਇੱਥੇ y रेस्ट पर n ਆਏਗਾ, ਠੀਕ ਹੈ। ਤਾਂ ਉਸ ਨੂੰ ਕੀ ਲਿਖ ਸਕਦੇ ਆਪਾਂ, y रेस्ट पर n ਦਾ ਮਲਟੀਪਲ ਪਲਸ ਸਮ ਐਲੀਮੈਂਟ ਆਫ i। ਸੋ ਆਪਾਂ z ਇਕੁਅਲ ਟੂ r1 yn ਪਲਸ a ਲਿਖ ਸਕਦੇ ਹਾਂ, ਠੀਕ ਹੈ ਜੀ। ਆ ਲਿਖਤਾ ਆਪਾਂ ਨੇ। ਉਸ ਤੋਂ ਬਾਅਦ ਹੁਣ ਆਪਾਂ ਇਸ ਨੂੰ z ਨੂੰ y ਨਾਲ ਮਲਟੀਪਲਾਈ ਕਰਤਾ। ਹੁਣ ਤੁਸੀਂ ਦੇਖੋ ਜਿਹੜਾ ਇਹ ਐਕਸ ਵਾਈ ਸੀਗਾ ਇਹ i ਦਾ ਐਲੀਮੈਂਟ ਸੀ, ਆਪਾਂ ਸਟਾਰਟਿੰਗ 'ਚ ਲੈ ਕੇ ਚੱਲੇ ਹਾਂ, ਦੇਖੋ ਬਿਲਕੁਲ स्टार्टिंग 'ਚ ਸੀ, ये अपना आई का एलिमेंट है। तो आई आइडियल है तो आई का मल्टीपल
उस एलीमेंट का मल्टीपल जो भी होगा वो बिलोंग कर जूगा उसनों। ठीक है, सो आप कह सकते हैं कि R2XY जो एलीमेंट है वो किस में बिलोंग करता है, आई में बिलोंग करता है। दूसरा जो BY है, हुण देखो B बिलोंग्स टू आई है तो BY भी आई में बिलोंग करूगा। हुण दोनों एलीमेंट्स आई में बिलोंग करते तो उन्होंने सम भी आई में बिलोंग करूगा। तो इत्थों प्रूव हो गया कि ZY बिलोंग्स टू आई हो गया। ठीक है, हुण देखो हुण A बिलोंग्स टू आई है, सो AY बिलोंग्स टू भी आई हो जाऊगा। ठीक है, तो ZY भी आई ਨੂੰ ਸੀਗਾ ਬਿਲੋਂਗ ਕਰ ਰਿਹਾ, AY ਵੀ आई ਨੂੰ ਬਿਲੋਂਗ ਕਰ ਰਿਹਾ ਸੀ, ਉਹਨਾਂ ਦੀ ਸਬਟ੍ਰੈਕਸ਼ਨ ਵੀ आई ਨੂੰ ਬਿਲੋਂਗ ਕਰੂਗੀ, ਹੈ ਨਾ। ਹੁਣ ਤੁਸੀਂ ਇੱਥੋਂ ਦੇਖੋ, ਇਹਨੂੰ y ਨਾਲ ਮਲਟੀਪਲਾਈ ਕਰ ਦਿਓ, ਕੀ ਬਣ ਜਾਊਗਾ ZY ਇਜ਼ ਇਕੁਅਲ ਟੂ R1 y रेस्ट पर n+1 प्लस AY। ओके, फिर ZY माइनस AY करोगे तो आ एलीमेंट आ जाऊगा। इसका मतलब ये एलीमेंट किनू बिलोंग कर रहा, आई ਨੂੰ बिलोंग कर रहा। सो वी कैन रिटन एज R1 बिलोंग्स टू आई कॉलन y रेस्ट पर n+1। ठीक है, ये तो डेफिनेशन ही है कॉलन आइडियल की। फिर आप ऊपर कह चुके हैं कि दिस इज इक्वल टू आई कॉलन वाई रेस्ट पर एन, क्योंकि वो चेन जो सी स्टेशनरी हो गई सी। ठीक है, इसका मतलब की हो गया R1 बिलोंग्स टू आई कॉलन वाई एन, इट मीनस R1 वाई रेस्ट पर एन बिलोंग्स टू आई। समझ गए जी। हुण आ पूरा एलीमेंट आई ਨੂੰ ਬਿਲੋਂਗ ਕਰ ਗਿਆ, ਇਹ ਆਲਰੇਡੀ आई 'ਚ ਹੈਗਾ ਹੀ ਸੀਗਾ, ਤਾਂ ਉਹਨਾਂ ਦਾ ਪਲੱਸ ਵੀ आई ਨੂੰ ਬਿਲੋਂਗ ਕਰ ਗਿਆ। ਇਸ ਦਾ ਮਤਲਬ Z ਕਿਹਨੂੰ ਬਿਲੋਂਗ ਕਰ ਗਿਆ, आई ਨੂੰ ਬਿਲੋਂਗ ਕਰ ਗਿਆ। ठीक है, Z आई ਨੂੰ ਬਿਲੋਂਗ ਕਰ ਗਿਆ, Z ਚੱਕਿਆ ਇੱਥੋਂ ਸੀ, ਪਹੁੰਚ आई ਤੇ ਗਏ ਤਾਂ ਕੰਟੇਨਮੈਂਟ ਹੋ ਗਈ, ਦੋਨੋਂ ਸਾਈਡ ਦੀ ਕੰਟੇਨਮੈਂਟ ਕਰਕੇ ਹੀ ਦੋਨੋਂ ਇਕੁਅਲ ਪ੍ਰੂਵ ਹੋ ਗਏ। ਹੁਣ ਦੇਖੋ ਆਪਾਂ ਕੀ ਕਹਿਣਾ ਚਾਹ ਰਹੇ ਹਾਂ, ਆਪਾਂ आई ਨੂੰ ਦੋ ਆਈਡੀਅਲਸ ਦੀ ਇੰਟਰਸੈਕਸ਼ਨ ਦੀ ਫਾਰਮ 'ਚ ਲਿਖਿਆ ਹੋਇਆ ਹੈ। ਠੀਕ ਹੈ, ਬਟ आई ਕੀ ਸੀਗਾ, ਇਰਰਿਡਿਊਸੀਬਲ ਆਈਡੀਅਲ ਸੀਗਾ, ਤਾਂ ਹੁਣ ਆਪਾਂ ਉਸ ਕਨਸੈਪਟ ਨੂੰ ਯੂਜ਼ ਕਰਾਂਗੇ। ਅਗਰ आई ਇਰਰਿਡਿਊਸੀਬਲ ਆਈਡੀਅਲ ਹੈ ਤਾਂ ਉਸ ਦੀ ਡੈਫੀਨੇਸ਼ਨ ਦੇ ਅਕੋਰਡਿੰਗ आई ਨੂੰ ਇਹਨਾਂ ਦੋਨਾਂ 'ਚੋਂ ਇੱਕ ਦੇ ਬਰਾਬਰ ਹੋਣਾ ਹੀ ਪਏਗਾ। ठीक है, इसका मतलब या तो आई प्लस एक्स के इक्वल हो जाएगा, या फिर आई प्लस वाई रेस्ट पर एन के इक्वल हो जाएगा। ठीक है जी, सो नाउ एज एक्स नॉट बिलोंग्स टू आई, ये आप स्टार्टिंग च कंडीशन कही सी कि एक्स वाई बिलोंग्स टू आई अगर लै रहे हैं एंड एक्स नॉट बिलोंग्स टू आई लै रहे हैं, दैन वी हैव टू शो दैट वाई बिलोंग्स टू रेडिकल। तो आप उत्थे क्या सी कि एक्स नॉट बिलोंग्स टू आई है, अगर एक्स आई नू बिलोंग नहीं करता तो इसका मतलब की हो गया कि दोनों इक्वल नहीं हो सकते। ओबवियस जी गल है। ठीक है, अगर एक्स आई ਨੂੰ ਬਿਲੋਂਗ नहीं कर रहा तो ये दोनों सेम नहीं हो सकती, इक्वल नहीं हो सकती, है ना। आई प्लस एक्स ਨੂੰ तो ਵੱਡਾ ही होना पऊगा। ओके, सो इसका मतलब की हो गया आई इक्वल टू आई प्लस वाई एन होना पऊ, ਇਹਦਾ मतलब क्योंकि इरिड्यूसिबल है, दोनों च ਇੱਕ ਦੇ ਤਾਂ इक्वल होना ही पैना सी। तो इसका मतलब की हो गया आई इज इक्वल टू आई प्लस वाई रेस्ट पर एन। इट मीन्स कि जो एलिमेंट है वाई रेस्ट पर एन दैट बिलोंग्स टू आई, इट मीन्स वाई बिलोंग्स टू रेडिकल ऑफ आई। यही आपने प्रूव करना सी। इट इंप्लाइज आई इज़ प्राइमरी आइडियल। ये बहुत ही अच्छा रिजल्ट है। हुण इन्हां दोनों रिजल्ट्स नूं, ये जो दो लैमाज ने इन्हां नूं आपां कंबाइन करांगे। किवें कंबाइन करांगे देखो, नैक्सट प्रोपोजिशन है इन नोथेरियन रिंग ए एवरी आइडियल हैज़ प्राइमरी डीकंपोजिशन। हुण देखो पहला लैमा जो किया आपने उहदे च की कहा आपने कि इन नोथेरियन रिंग एवरी प्रॉपर आइडियल इज फाइनाइट इंटरसेक्शन ऑफ इरिड्यूसिबल आइडियल्स, ये किया आपने। दूसरी लैमा च की किया, एवरी प्रॉपर इरिड्यूसिबल आइडियल ऑफ नोथेरियन रिंग इज प्राइमरी आइडियल, है ना। ਇਹਦਾ मतलब की हो गया, ਹੁਣ इरिड्यूसिबल जो है वो प्राइमरी बन गया। सो इस इरिड्यूसिबल वर्ड की जगह ते प्राइमरी लिख सकते हैं ना आप, समझ गए। सो ये स्टेटमेंट की बन गई कि एवरी प्रॉपर आइडियल हैज़ इज़ फाइनाइट इंटरसैक्शन ऑफ प्राइमरी आइडियल्स। जो किसी भी आइडियल ਨੂੰ ਆਪਾਂ प्राइमरी आइडियल्स के इंटरसैक्शन ਦੇ ਵਿੱਚ ਲਿਖੀਏ ਤਾਂ ਉਹਦਾ ਕੀ मतलब ਹੁੰਦਾ ਹੈ कि ਉਹ ਉਸਦੀ प्राइमरी डीकंपोजिशन है। ठीक है, सो इट इंप्लाइज वी हैव एवरी आइडियल हैज़ प्राइमरी डीकंपोजिशन इन नोथेरियन रिंग ए। सो अगर थोड़ा एग्जाम च ये थ्योरम आती है दैन ये थोड़ा दोनों लैमास नूं प्रूव करना पड़ेगा। ओके, नैक्सट है प्रोपोजिशन इन नोथेरियन रिंग ए एवरी आइडियल आई कंटेन्स ए पावर ऑफ इट्स रेडिकल। सो आप ये चीज़ प्रूव करनी है। ठीक है, नाउ ए आई कोई आइडियल है, ए नोथेरियन रिंग है। हुण नोथेरियन रिंग की डेफिनेशन के अकॉर्डिंग एवरी आइडियल इज फाइनाइटली जनरेटेड। सो इसका मतलब इसका जो रेडिकल होएगा वो भी फाइनाइटली जनरेटेड ही होएगा। ठीक है, सो सपोज कर लिया ये उसका जनरेटिंग सैट है। ठीक है, ये सारे एलीमेंट्स जो रेडिकल आई नूं बिलोंग करते हैं, तो इसका मतलब की हो गया अगर कोई एलीमेंट रेडिकल ऑफ आई नूं बिलोंग करता है तो उस एलीमेंट की कोई ना कोई पावर
ਆਈ ਨੂੰ ਬਿਲੋਂਗ ਕਰਦੀ ਹੈ। ਇਹੀ ਰੈਡੀਕਲ ਦੀ ਡੈਫੀਨੇਸ਼ਨ ਹੁੰਦੀ ਹੈ। ਸੋ ਇਸ ਦਾ ਮਤਲਬ ਹੈ ਜੋ ਪਾਵਰਸ ਨੇ ਇਹਨਾਂ ਐਲੀਮੈਂਟਸ ਦੀ ਦੈਟ ਵਿਲ ਬਿਲੋਂਗਸ ਟੂ ਆਈ। ਠੀਕ ਹੈ, ਫॉर ਸਮ ਨੈਚੁਰਲ ਨੰਬਰਸ। ਨਾਓ ਸਪੋਜ਼ ਕਰ ਲਿਆ m ਇਜ਼ ਇਕੁਅਲ ਟੂ ਦਿਸ। ਮੇਨ ਤਾਂ ਦੇਖੋ ਆਹੀ ਹੈ, ਆਹ ਪੁਆਇੰਟ ਤੁਹਾਨੂੰ ਯਾਦ ਰੱਖਣਾ ਪਏਗਾ, m ਨੂੰ ਇਹ ਸਪੋਜ਼ ਕਰਨਾ ਹੈ। ਹੁਣ ਆਪਾਂ ਇੱਥੇ ਕੀ ਕਹਿ ਰਹੇ, ਰੈਡੀਕਲ ਆਫ i ਰੇਜ਼ ਟੂ ਪਾਵਰ m ਇਜ਼ ਜਨਰੇਟਡ ਬਾਈ ਦਿਸ, ਕਿਉਂਕਿ ਜੋ ਜਨਰੇਟਰਸ ਨੇ ਹੈ ਨਾ, ਇਹ ਸਾਰੇ ਜਨਰੇਟਰਸ ਨੇ ਰੈਡੀਕਲ ਆਫ i ਦੇ। ਹੁਣ ਇਹ ਕੀ ਹੈ, ਇੱਕ ਪ੍ਰੋਡਕਟ ਹੈ ਰੈਡੀਕਲ ਆਫ i ਦਾ m ਟਾਈਮਸ। ਤੋ ਜਿਵੇਂ ਆਪਾਂ ਕਹਿੰਦੇ ਹਾਂ i ਇੰਟੂ ਜੇ ਆਈਡੀਅਲ ਹੁੰਦਾ ਹੈ ਨਾ, ਉਹਨੂੰ ਆਪਾਂ ਲਿਖਦੇ ਹਾਂ ਨਾ ਐਲੀਮੈਂਟਸ ਨੂੰ ਸਮੇਸ਼ਨ ਆਫ ਐਕਸ ਵਾਈ, ਬਟ ਉੱਥੇ ਐਕਸ ਵਾਈ ਬਟ ਉੱਥੇ ਸਮੇਸ਼ਨ ਜੋ ਐਕਸ ਵਾਈ ਹੈ, ਐਕਸ ਵਾਈ ਕੀ ਹੁੰਦੇ ਹੈ, ਉਹ ਨਹੀਂ ਹੁੰਦੇ ਆਪਣਾ ਕਿਆ ਬੋਲਦੇ ਆ ਉਸਨੂੰ, ਜਨਰੇਟਰਸ ਨਹੀਂ ਹੁੰਦੇ ਉੱਥੇ ਹੈ ਨਾ, ਵੈਸੇ ਐਲੀਮੈਂਟਸ ਹੁੰਦੇ ਨੇ, ਬਟ ਇੱਥੇ ਪਰਟੀਕੂਲਰ ਜਨਰੇਟਰਸ ਨੇ। ਇਸ ਕਰਕੇ ਆਪਾਂ ਇਹ ਜੋ ਚੀਜ਼ ਹੈ ਇਸਨੂੰ ਪ੍ਰੋਡਕਟ ਆਫ ਦੀਜ਼ ਜਨਰੇਟਰਸ ਰੇਜ਼ ਟੂ ਪਾਵਰ ਸਮ ਪਾਵਰ ਲਿਖ ਸਕਦੇ ਹਾਂ। ਐਂਡ ਇਸ ਇਹਨਾਂ ਪਾਵਰਸ ਦਾ ਜੋ ਸਮ ਹੈ ਦੈਟ ਸ਼ੁੱਡ ਬੀ ਇਕੁਅਲ ਟੂ m। m ਤਾਂ ਓਬਵੀਅਸਲੀ ਹੋਣਾ ਹੀ ਚਾਹੀਦਾ, ਕਿਉਂਕਿ ਜਿਵੇਂ ਆਪਾਂ i ਇੰਟੂ ਜੇ ਨੂੰ, ਸੋ ਇੱਥੋਂ ਆਪਾਂ ਰੈਡੀਕਲ ਆਫ i ਰੇਜ਼ ਟੂ ਪਾਵਰ m ਨੂੰ ਕੀ ਲਿਖ ਸਕਦੇ ਹਾਂ ਕਿ ਉਹ ਇਸ ਐਲੀਮੈਂਟ ਤੋਂ ਜਨਰੇਟ ਹੋਏਗਾ। ਠੀਕ ਹੈ, ਆਹ ਦੇਖੋ ਆਹ ਸਿੰਬਲ ਦੇਖੋ ਨਾ ਧਿਆਨ ਨਾਲ, ਜਦੋਂ ਇੱਦਾਂ ਕਰਕੇ ਇੱਦਾਂ ਪਾਇਆ ਹੁੰਦਾ, ਇਹਦੇ ਵਿੱਚ ਅੰਦਰ ਜੋ ਐਲੀਮੈਂਟ ਹੁੰਦਾ ਉਹ ਜਨਰੇਟਿੰਗ ਐਲੀਮੈਂਟ ਹੁੰਦਾ। ਇਸ ਕਰਕੇ ਰੈਡੀਕਲ ਆਫ i ਰੇਜ਼ ਟੂ ਪਾਵਰ m ਜੋ ਹੋਏਗਾ, ਇਹਨਾਂ ਜਨਰੇਟਰਸ ਦਾ ਪ੍ਰੋਡਕਟ ਰੇਜ਼ ਟੂ ਪਾਵਰ ਸਮ ਪਾਵਰ ਹੋਏਗਾ, ਐਂਡ ਇਹਨਾਂ ਦੀ ਪਾਵਰ ਕੀ ਹੋਣੀ ਚਾਹੀਦੀ ਹੈ, ਇਕੁਅਲ ਟੂ m ਹੋਣੀ ਚਾਹੀਦੀ ਹੈ। ਓਕੇ, ਨਾਓ ਹੁਣ ਇਹਨਾਂ ਅਲਫਾ ਆਈਜ਼ ਨੂੰ ਧਿਆਨ ਨਾਲ ਦੇਖੋ ਤੇ ਇਸ m ਐਲੀਮੈਂਟ ਨੂੰ ਧਿਆਨ ਨਾਲ ਦੇਖੋ। ਹੁਣ ਤੁਸੀਂ ਦੇਖੋਗੇ ਕਿ ਅਲਫਾ ਆਈ ਕਮ ਸੇ ਕਮ ਇੱਕ ਇਹੋ ਜਿਹਾ ਅਲਫਾ ਆਈ ਹੋਊਗਾ, ਐਟਲੀਸਟ 1 ਅਲਫਾ ਆਈ ਵਿਚ ਇਜ਼ ਗ੍ਰੇਟਰ ਦੈਨ ਇਕੁਅਲਸ ਟੂ ਆਰ ਆਈ। ਠੀਕ ਹੈ, ਇਹ ਹੋਏਗਾ। ਅਗਰ ਸਪੋਜ਼ ਨਹੀਂ ਹੁੰਦਾ, ਸਪੋਜ਼ ਕਿ ਕਿਸੇ ਵੀ ਆਈ ਦੇ ਲਈ ਪੋਸੀਬਲ ਨਹੀਂ ਹੈ, ਤਾਂ ਆਪਾਂ ਕੀ ਲਿਖਾਂਗੇ, ਅਲਫਾ ਇਜ਼ ਲੈਸ ਦੈਨ ਆਰ ਆਈ। ठीक है, सो इसका मतलब क्या हो गया, अल्फा इज लेस देन इक्वल टू आर आई माइनस 1 हो गया। ओबियसली दोनों साइड समेशन लगा दो, एक ही बन गया m इज लेस देन इक्वल टू m माइनस 1। आ देखो ना m माइनस 1 इतों चक के लिया, बट दिस इज़ नॉट पॉसीबल। ठीक है ना, ये गलत हो गया। इसका मतलब कम से कम एक आई एग्जिस्ट करेगा सच दैट अल्फा इज ग्रेटर देन आर आई। ठीक है जी, हुण देखो की करना है, ਮੇਨ ਤੁਹਾਡਾ ਆਹੀ ਟਾਸਕ ਸੀਗਾ ਇਹ ਵਾਲਾ ਉੱਪਰ ਵਾਲਾ। ਸੋ ਨਾਓ ਹੁਣ ਜਿਹੜਾ ਇਹ ਪ੍ਰੋਡਕਟ ਹੈ ਹਨਾ, ਇਹਦੇ ਵਿੱਚ ਜਿਹੜਾ ith ਐਲੀਮੈਂਟ ਸੀਗਾ ਜਿਹਦੇ ਵਾਸਤੇ ਕੀ ਸੀਗਾ, ਅਲਫਾ ਆਈ ਗ੍ਰੇਟਰ ਦੈਨ ਆਰ ਆਈ ਸੀਗਾ, ਉਹਦੇ ਵਾਸਤੇ ਆਪਾਂ ਇਦਾਂ ਫਾਰਮ ਲਿਖ ਲਈ। ਠੀਕ ਹੈ, ਇਹ ਆਪਾਂ ਕਿਉਂ ਲਿਖ ਲਈ, ਕਿਉਂਕਿ ਆਪਾਂ ਇਸ ਨੂੰ ਆਈ ਨੂੰ ਬਿਲੋਂਗ ਕਰਵਾਉਣਾ ਸੀ, ਆ ਪੂਰੇ ਐਲੀਮੈਂਟ ਨੂੰ ਆਈ ਨੂੰ ਬਿਲੋਂਗ ਕਰਵਾਉਣਾ ਸੀਗਾ। ਉਹ ਕਿਵੇਂ, ਹੁਣ ਦੇਖੋ ਐਕਸ ਆਈ ਰੇਜ਼ ਟੂ ਪਾਵਰ ਆਰ ਆਈ ਬਿਲੋਂਗਸ ਟੂ ਆਈ ਤਾਂ ਹੈਗਾ ਹੀ ਹੈ, ਆ ਦੇਖੋ ਨਾ, ਆ ਦੇਖੋ ਇਹਦੇ ਵਿੱਚ ਤੁਸੀਂ ਦੇਖ ਸਕਦੇ। ਠੀਕ ਹੈ, एक्स रेज टू पावर r1 एक्स रेज टू पावर r2 मीन्स इन जनरल एक्स आई रेज टू पावर आर आई बिलोंग्स टू आई तो हैगा ही है ना। तो इधर देखो नीचे ਇਹਦੇ ਵਿੱਚ क्या है कि अगर मैं इसनों देखा ध्यान नाल, ये एलीमेंट आई ਨੂੰ बिलोंग करते, ਜਿਹੜੇ बाकी एलीमेंट्स ने ये तो सारे रिंग के एलीमेंट्स है, चाहे कोई मर्जी पावर लिखी जाओ इन्हों की, ये सारे एलीमेंट्स है तो रिंग दे ना, रिंग तो सब तो वड्डी है, चाहे रेडिकल ऑफ आए हो कुछ मर्जी हो, रिंग तो सारे तो वड्डी है, उन्होंने सब दे एलीमेंट्स हो गए ही। ठीक है, हुण आए आइडियल है, एक एलीमेंट आइडियल में बिलोंग करी जाता है, तो बाकी ए दे एलीमेंट्स ने, तो आइडियल की डेफिनेशन के अकॉर्डिंग इन्हों का प्रोडक्ट भी आई में बिलोंग करूगा। इसका मतलब पूरा एलीमेंट किनू बिलोंग कर गया, आई ਨੂੰ ਬਿਲੋਂਗ ਕਰ ਗਿਆ। ਇਹ ਪੂਰਾ ਐਲੀਮੈਂਟ ਹੈ ਕੀ ਸੀਗਾ, ਜਨਰੇਟਿੰਗ ਸੈੱਟ ਕਿਹਦਾ, ਰੈਡੀਕਲ ਆਫ ਆਈ ਇਹਦਾ, ਆ ਦੇਖੋ ਰੈਡੀਕਲ ਆਫ ਆਈ ਰੇਜ਼ ਟੂ ਪਾਵਰ m ਦਾ। ਠੀਕ ਹੈ ਜੀ, ਸੋ ਇਸ ਦਾ ਮਤਲਬ ਕੀ ਹੋ ਗਿਆ ਕਿ ਰੈਡੀਕਲ ਆਫ ਆਈ ਐਮ ਇਜ਼ ਕੰਟੇਨ ਇਨ ਆਈ। ਠੀਕ ਹੈ, ਸੋ ਇਹੀ ਮੇਨ ਮੋਟਿਵਸ ਹੈ अपना प्रूव ਕਰਨ ਦਾ। क्लियर है जी, आफ्टर दैट corollary है in Noetherian ring A show that every nil radical is nilpotent। ਹੁਣ ਦੇਖੋ ਨੀਲ ਰੈਡੀਕਲ ਕੀ ਹੁੰਦਾ ਹੈ, ਜਿਹਦੇ ਵਿੱਚ ਸਾਰੇ ਨੀਲਪੋਟੈਂਟ ਐਲੀਮੈਂਟਸ ਹੁੰਦੇ ਆ। ਇਸ ਦਾ ਮਤਲਬ ਕੀ ਹੋ ਜਾਊਗਾ ਕਿ ਕੋਈ ਵੀ ਐਲੀਮੈਂਟ ਲਓ ਉਸ ਨੀਲ ਰੈਡੀਕਲ ਦਾ ਮਤਲਬ ਕਿ ਉਸ ਦਾ ਸਪੋਜ਼ x ਬਿਲੋਂਗਸ ਟੂ ਨੀਲ ਰੈਡੀਕਲ, ਇਟ ਮੀਨਸ x ਰੇਜ਼ ਟੂ ਸਮ ਪਾਵਰ n ਇਜ਼ ਇਕੁਅਲ ਟੂ 0, ਇਹੀ ਮਤਲਬ ਹੈ।
ठीक है। तो रेडिकल ऑफ जीरो का क्या मतलब होया, आ चीज जो है ना रेडिकल ऑफ जीरो, नील रेडिकल, आ देखो नील रेडिकल, आ देखो ਇਹਦਾ क्या मतलब है कि रेडिकल ऑफ जीरो ਨੂੰ अगर मैं x बिलोंग करवानी हाँ है ना, तो ਇਹਦਾ मतलब की हो जाऊगा कि x रेज टू पावर n बिलोंग्स टू दिस आइडियल, जीरो आइडियल आई है ना ये। तो इसका मतलब की हो गया x रेज टू पावर n इक्वल टू जीरो, तो यही ਹੁੰਦਾ ही है नील रेडिकल च यही ਹੁੰਦਾ है ना, सारे नील पोटेंट एलीमेंट्स ਹੁੰਦੇ ਨੇ। सो आप नीले रेडिकल ਨੂੰ इदां लिख सकते हैं। ओके, मीनस रेडिकल ऑफ जीरो, जिमें मैं रेडिकल ऑफ आई बोलती हाँ एवें रेडिकल ऑफ जीरो आइडियल इज नील रेडिकल। ओके, सो बाय अबव प्रोपोजिशन के अकॉर्डिंग हर एक आइडियल किस नू कंटेन करेगा, पावर ऑफ इट्स रेडिकल। ठीक है, सो इसका मतलब की हो गया कि दिस आइडियल विल कंटेन पावर ऑफ इट्स रेडिकल। ठीक है, हुण जीरो तो छोटा ही होंगे है ना सब तो, सो इसका मतलब की हो गया दिस इज इक्वल टू जीरो, क्योंकि जीरो तो इस कंटेन करूगा ही करूगा है ना, जीरो विल बिलोंग्स टू रेडिकल ऑफ जीरो तो करूगा ही, क्योंकि रेडिकल ऑफ जीरो क्या है, एक आइडियल है, आइडियल दे विच जीरो हमेशा बिलोंग करता ही करता है, एडिटिव आइडेंटिटी हमेशा आइडियल में बिलोंग करती है। सो जीरो इज कंटेन्ड इन दिस, हाँ तो होगा ही, तो दोनों साइड की कंटेनमेंट करके क्या हो गया दिस इज इक्वल टू जीरो। इसका मतलब हुण किसी आइडियल की पावर n अगर जीरो हो जाए तो वो आइडियल की बन जाता है, नील पोटेंट। इसका मतलब नील रेडिकल इज नील पोटेंट। ओके जी, नाउ नैक्सट करोलरी है, ये बहुत ही आसान है, कुछ खास नहीं है ये। लेट ए बी नोथेरियन रिंग, M इज ए मैक्सिमल आइडियल ऑफ ए, Q इज एनी आइडियल ऑफ ए, देन फॉलोइंग आर इक्विवेलेंट। ठीक है जी, नाउ फर्स्ट इम्प्लाइज सेकंड करना है, Q इज M प्राइमरी, दैन प्रूव दैट रेडिकल ऑफ Q इज M। देखो M प्राइमरी की डेफिनेशन ही यही होंगी है कि Q एक तो प्राइमरी आइडियल है एंड दूसरा रेडिकल ऑफ Q की होगा M होगा। सो फर्स्ट इंप्लाइज सैकेंड तो सीधा ही बाय डेफिनेशन हो गया, उस तो बाद सैकेंड इंप्लाइज थर्ड, तो आप आह पार्ट प्रूव करना है। हुण देखो सैकेंड दे विच क्या है, सॉरी सैकेंड इंप्लाइज फर्स्ट कर रहे हैं पहला, अगर रेडिकल ऑफ Q इज इक्वल टू M है देन क्या हो जाएगा, आप प्रूव की करना है Q इज M प्राइमरी, तो दो कंडीशंस प्रूव करनी है, तो एक तो रेडिकल ऑफ Q इज इक्वल टू M प्रूव करना है, एक Q नू प्राइमरी आइडियल प्रूव करना है। रेडिकल ऑफ Q इक्वल टू M तो आपको सैकेंड पार्ट तो ही मिल गया। ठीक है, तो एक पार्ट रह गया कि Q नू प्राइमरी आइडियल प्रूव करना। हुण देखो M तो मैक्सिमल आइडियल है, M अगर मैक्सिमल आइडियल है तो क्या होएगा, याद करो एक अपने थ्योरम की सी, अगर किसी आइडियल दा रेडिकल मैक्सिमल आए, अगर किसी आइडियल दा रेडिकल मैक्सिमल आए तो वह आइडियल की हुंदा है, प्राइमरी आइडियल हुंदा है। सो इसका मतलब उस थ्योरम तो आप कह सकते हैं Q इज प्राइमरी आइडियल। सो दोनों कंडीशंस होने दे नाल की हो गया Q इज M प्राइमरी। हुण है सैकेंड इंप्लाइज थर्ड, सैकेंड इंप्लाइज थर्ड के अकॉर्डिंग तुसी थर्ड पार्ट प्रूव करना है। देखो आ पोर्शन प्रूव करना है। ठीक है, नाउ सी रेडिकल ऑफ Q इज इक्वल टू M है, ए नोथेरियन गिवन है। ठीक है, तो जी आप उपर थ्योरम कर चुके हैं ताई इसनों करोलरी कह रहे हैं ना कि आप उपरली थ्योरम यूज करनी है। तो उपरली थ्योरम के अकॉर्डिंग दिस आइडियल विल कंटेन सम पावर ऑफ इट्स रेडिकल। ठीक है, हुण रेडिकल ऑफ Q क्या है, M पुट करता है इत्थे, M रेज टू पावर n हो गया, दैट इज कंटेन इन Q। हुण हमेशा हर एक आइडियल आपदी रेडिकल च तो कंटेन करदा ही करदा है, सो इस करके Q इज कंटेन इन रेडिकल ऑफ Q लिख सकते हैं। एंड रेडिकल ऑफ Q क्या है, M, ये आपां नूं गिवन ही है। सो इट इंप्लाइज M रेज टू पावर n कंटेन इन Q कंटेन इन M, यही प्रूव करना सी आपां ने। हुण हैगा थर्ड इंप्लाइज सैकेंड, इस दे अकॉर्डिंग क्या हो जाऊगा, सैकेंड दे विच की प्रूव करना है, रेडिकल ऑफ Q इज इक्वल टू M प्रूव करना है। ये भी बहुत आसान है, ये आपां नूं गिवन है, सारे पासे रेडिकल लगा दो। ठीक है, रेडिकल ऑफ M रेज टू पावर n, रेडिकल ऑफ किसी भी मैक्सिमल की पावर होवे वो हमेशा M ही आती है ना। सो M हो गया इत्थे, रेडिकल ऑफ Q हो गया इत्थे, रेडिकल ऑफ M वही मैं तुहानूं दस्सिया ना, रेडिकल ऑफ एनी मैक्सिमल आइडियल इज इक्वल टू सेम
ਮੈਕਸੀਮਲ ਆਈਡੀਅਲ। ਸੋ ਰੈਡੀਕਲ ਆਫ m ਇਜ਼ ਇਕੁਅਲ ਟੂ m ਹੋ ਗਿਆ। ਸੋ ਦੋਨੋਂ ਸਾਈਡ ਦੀ ਕੰਟੇਨਮੈਂਟ ਕਰਕੇ ਕੀ ਪ੍ਰੂਵ ਹੋ ਗਿਆ, ਰੈਡੀਕਲ ਆਫ q ਇਜ਼ ਇਕੁਅਲ ਟੂ m। ਇਹੀ ਆਪਾਂ ਨੇ ਪ੍ਰੂਵ ਕਰਨਾ ਸੀ, ਠੀਕ ਹੈ ਜੀ। ਸੋ ਅਗਰ ਤੁਹਾਨੂੰ ਥਿਊਰਮ ਆਉਂਦੀ ਹੈ ਐਗਜ਼ਾਮ ਦੇ ਵਿੱਚ ਜਿਹਦੇ ਵਿੱਚ ਸਪੋਜ਼ ਇਹ ਕਰੋਲਰੀ ਪਾ ਦੇਣ, ਤਾਂ ਤੁਹਾਨੂੰ ਮਾਰਕਸ ਦੇ ਅਕੋਰਡਿੰਗ ਦੇਖਣਾ ਪਏਗਾ ਕਿ ਤੁਸੀਂ ਜਿਹੜੀ ਅਬਵ ਥਿਊਰਮ ਹੈ ਉਹ ਪ੍ਰੂਵ ਕਰਨੀ ਹੈ ਜਾਂ ਨਹੀਂ ਕਰਨੀ, ਠੀਕ ਹੈ। ਇਸ ਦੇ ਵਿੱਚ ਕੋਈ ਡਾਊਟ ਹੋਵੇ ਤਾਂ ਤੁਸੀਂ ਪੁੱਛ ਸਕਦੇ ਹੋ। ਓਕੇ ਜੀ, ਥੈਂਕ ਯੂ।